ਤੂੰ ਚੌ ਸੱਜਣ ਮੈਡਿਆ, ਡੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਨੀਆ, ਦੂਜੈ ਲੱਗਾ ਹੇਤ। ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਭਾਦੋਏ ਭਰਮ ਭੁਲਾਨੀਆ, ਦੂਜੈ ਲੱਗਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਰਾਜਾਨ ਰਾਜ। ਪੀਰਾਨ ਪੀਰ, ਦੇਵਾਨ ਦੇਵ ਸਾਹਿਬ ਆਲਮ, ਸਰਬ ਕਲਾ ਸਮਰੱਥ। ਗਿਆਨ ਕੇ ਭਰਪੂਰ ਸਮੁੰਦਰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋ ਰਹੀ ਹੈ। ਜੋ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤ ਵੇਲੇ ਤੋਂ ਬੇਅੰਤ ਗੁਰਬਾਣੀ ਦੇ ਜਾਪ ਉਪਰੰਤ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ। ਭਾਦੋਂ ਮਹੀਨੇ ਦੀ ਸੰਗਰਾਂਦ ਨੂੰ ਮਨਾਉਣ ਵਾਸਤੇ ਸ਼ਬਦ ਕੀਰਤਨ ਹੋਇਆ। ਉਪਰੰਤ ਜੋ ਸੰਗਰਾਂਦ ਦੇ ਦਿਹਾੜੇ ਦੀ ਕਥਾ ਵਿਚਾਰ ਆਰੰਭ ਹੈ, ਉਸ ਦਾ ਸਮਾਂ ਹੋਇਆ ਹੈ। ਸੰਗਰਾਂਦ ਦਾ ਮਤਲਬ ਹੈ ਕਿ ਜੋ ਸੂਰਜ ਦੇ ਨਿਯਮਾਂ ਦੇ ਵਿੱਚ ਤਬਦੀਲੀ ਆਉਣੀ ਹੈ, ਇਸ ਨੂੰ ਸੰਕਰਾਂਤ ਕਿਹਾ ਜਾਂਦਾ ਹੈ। ਤੇ ਜਦੋਂ ਵੀ ਸੂਰਜ ਦੇ ਨਿਯਮਾਂ ਦੇ ਵਿੱਚ ਤਬਦੀਲੀ ਆਉਂਦੀ ਹੈ, ਉਹਨਾਂ ਦੇ ਅਨੁਸਾਰ ਮਹੀਨੇ ਬਦਲਦੇ ਹਨ। ਜਿਹੜੇ ਸਾਉਣ ਤੇ ਭਾਦੋਂ 2 ਮਹੀਨੇ ਹਨ, ਬਰਸਾਤ ਵਾਲੇ ਮੰਨੇ ਗਏ ਹਨ। ਤੇ ਸਤਿਗੁਰੂ ਜੀ ਭਾਦੋਂ ਦੇ ਮਹੀਨੇ ਦੁਆਰਾ ਜਿਵੇਂ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿਵੇਂ ਸੰਗਤਾਂ ਨੂੰ ਸਤਿਗੁਰੂ ਜੀ ਫਲਾ ਉਪਦੇਸ਼ ਦੇਣਾ ਕਰਦੇ ਹਨ, ਆਪ ਸੰਗਤਾਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਨੂੰ ਸਰਵਣ ਕਰਨਾ ਕਰੋ। ਸੁਰਸਨਾ ਨੂੰ ਕਰੀਏ ਪਵਿੱਤਰ, ਉਚਾਰਨ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਨੀਆ, ਦੂਜੈ ਲੱਗਾ ਹੇਤ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਭਾਦੋਂ ਦੇ ਮਹੀਨੇ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਸਾਉਣ ਤੇ ਭਾਦੋਂ 2 ਮਹੀਨੇ ਹਨ, ਬਰਸਾਤ ਵਾਲੇ ਹਨ। ਤੇ ਇਹਨਾਂ ਮਹੀਨਿਆਂ ਦੇ ਅੰਦਰ ਜਿਹੜੀ ਜੀਵ ਰੂਪੀ ਇਸਤਰੀ ਹੈ ਜਾਂ ਪ੍ਰਤੱਖ ਜੋ ਇਸਤਰੀ ਹੈ, ਜਿਸ ਦਾ ਪਤੀ ਬਾਹਰ ਪ੍ਰਦੇਸ਼ ਦੇ ਵਿੱਚ ਗਿਆ ਹੋਵੇ, ਤੇ ਇਹਨਾਂ 2 ਮਹੀਨਿਆਂ ਦੇ ਅੰਦਰ ਬੜੀ ਵਿਆਕੁਲ ਹੁੰਦੀ ਹੈ। ਭਾਦੋਂ ਦਾ ਜੋ ਮਹੀਨਾ ਹੈ, ਇਸ ਦੇ ਵਿੱਚ ਬਹੁਤ ਬਰਸਾਤ ਹੁੰਦੀ ਹੈ, ਹਨੇਰਾ ਹੋਣਾ ਕਰਦਾ ਹੈ, ਮੀਂਹ ਹਨੇਰੀ ਆਉਂਦਾ ਹੈ। ਤੇ ਜਿਹੜੇ ਸੱਪ ਹਨ ਜ਼ਹਿਰ ਭਰ ਕੇ ਫਿਰਦੇ ਹਨ, ਡੰਕ ਮਾਰਦੇ ਫਿਰਦੇ ਹਨ, ਮੱਛਰ ਬਹੁਤ ਵੱਧ ਜਾਂਦਾ ਹੈ। ਇਸ ਪ੍ਰਕਾਰ ਇਹ ਜਿਹੜਾ ਮਹੀਨਾ ਹੈ ਬੜਾ ਹੀ ਭਿਆਨਕ ਹੈ।
ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਇਸ ਮਹੀਨੇ ਦੇ ਅੰਦਰ ਜਿਹੜੀ ਜੀਵ ਰੂਪੀ ਇਸਤਰੀ ਹੈ ਜਾਂ ਪ੍ਰਤੱਖ ਇਸਤਰੀ ਹੈ, ਜਿਸਦਾ ਪਤੀ ਪ੍ਰਦੇਸ਼ ਦੇ ਵਿੱਚ ਗਿਆ ਹੋਵੇ, ਬੜੀ ਵਿਆਕੁਲ ਹੁੰਦੀ ਹੈ। ਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਭਾਦੋਏ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ। ਜਿਹੜੀ ਜੀਵ ਰੂਪੀ ਇਸਤਰੀ ਹੈ, ਭਰਮਾਂ ਦੇ ਵਿੱਚ ਪੈ ਕਰਕੇ ਭੁੱਲ ਚੁੱਕੀ ਹੋਵੇ, ਆਪਣੇ ਪਤੀ ਨੂੰ ਛੱਡ ਕਰਕੇ ਹੋਰ ਦੂਸਰੇ ਮਨੁੱਖਾਂ ਦੇ ਨਾਲ ਪ੍ਰੇਮ ਧਾਰਨ ਕਰਨਾ ਕਰੇ, ਜਾਂ ਜਿਹੜੀ ਜੀਵ ਰੂਪੀ ਇਸਤਰੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਛੱਡ ਕਰਕੇ ਜੋ ਪਤੀ ਸਰੂਪ ਹੈ ਉਸ ਨੂੰ ਛੱਡ ਕਰਕੇ ਤੇ ਦੂਸਰੇ ਜੀਵ ਮਨੁੱਖਾਂ ਦੇ ਨਾਲ ਪ੍ਰੇਮ ਧਾਰਨ ਕਰਨਾ ਕਰੇ। ਜੋ ਦਵੈਤ ਨੂੰ ਪੈਦਾ ਕਰਨ ਵਾਲਾ ਇਹ ਸਰੀਰ ਹੈ, ਇਸ ਸਰੀਰ ਦੇ ਨਾਲ ਮੋਹ ਕਰਨਾ ਕਰੇ, ਪ੍ਰੇਮ ਕਰਨਾ ਕਰੇ। ਉਹ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜੀਵ ਰੂਪੀ ਜਿਹੜੀ ਇਸਤਰੀ ਹੈ ਭਰਮਾਂ ਦੇ ਵਿੱਚ ਪੈ ਕਰਕੇ ਭੁੱਲੀ ਹੋਈ ਹੈ ਤੇ ਦਵੈਤ ਦੇ ਵਿੱਚ ਉਸ ਦਾ ਪ੍ਰੇਮ ਹੋਣ ਦੇ ਕਰਕੇ ਉਸ ਨੂੰ ਸ਼ਾਂਤੀ ਨਹੀਂ ਮਿਲਦੀ ਹੈ। ਅਗਲੀ ਪੰਕਤੀ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਣਾ ਕਰਦੇ ਹਨ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਵੇਂ ਕੋਈ ਇਸਤਰੀ ਹੋਵੇ ਜਿਸ ਦਾ ਪਤੀ ਪ੍ਰਦੇਸ਼ ਦੇ ਵਿੱਚ ਗਿਆ ਹੋਵੇ ਤੇ ਉਹ ਆਪਣੇ ਸਰੀਰ ਤੇ ਭਾਵੇਂ ਲੱਖਾਂ ਸ਼ਿੰਗਾਰ ਕਰ ਲਵੇ, ਪਰੰਤੂ ਆਪਣੇ ਪਤੀ ਤੋਂ ਬਿਨਾਂ ਉਹ ਸ਼ੋਭਦੀ ਨਹੀਂ ਹੈ, ਸ਼ੋਭਾ ਨਹੀਂ ਪਾਉਂਦੀ ਹੈ, ਉਹ ਕਿਸੇ ਦੇ ਕੰਮ ਦੇ ਵਿੱਚ ਨਹੀਂ ਹੈ। ਕਿਉਂਕਿ ਜਿਸ ਪਤੀ ਨੂੰ ਰਜਾਉਣ ਵਾਸਤੇ ਸ਼ਿੰਗਾਰ ਕਰਦੀ ਹੈ ਉਹ ਪਤੀ ਉਸ ਦੇ ਪਾਸ ਨਹੀਂ ਹੈ। ਇਸੇ ਪ੍ਰਕਾਰ ਜੋ ਪਤੀ ਅਕਾਲ ਪੁਰਖ ਪਰਮਾਤਮਾ ਹੈ, ਜੋ ਹਿਰਦੇ ਵਿੱਚ ਅਸਖਿਆਤ ਹੋਣ ਰੂਪੀ ਪ੍ਰਦੇਸ਼ ਦੇ ਵਿੱਚ ਗਿਆ ਹੈ, ਹਿਰਦੇ ਦੇ ਵਿੱਚ ਪ੍ਰਤੱਖ ਨਹੀਂ, ਪ੍ਰਗਟ ਨਹੀਂ ਹੈ। ਤੇ ਇਹ ਜੀਵ ਰੂਪੀ ਇਸਤਰੀ ਭਾਵੇਂ ਕਿਤਨੇ ਵੀ ਸਾਧਨਾਵਾਂ ਰੂਪੀ ਸ਼ਿੰਗਾਰ ਕਰ ਲੈਣਾ ਕਰੇ, ਜਪ ਤਪ ਕਰ ਲੈਣਾ ਕਰੇ, ਕਿਸੇ ਵੀ ਕਾਰਜ ਦੇ ਵਿੱਚ ਨਹੀਂ ਹਨ ਜਿੰਨਾ ਚਿਰ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਲੈਂਦਾ। ਜਿੰਨਾ ਚਿਰ ਉਸ ਵਾਹਿਗੁਰੂ ਪਰਮਾਤਮਾ ਨੂੰ ਪਾ ਨਹੀਂ ਲੈਂਦਾ, ਉਸ ਵਾਹਿਗੁਰੂ ਪਰਮਾਤਮਾ ਦੇ ਪਾਸ ਨਹੀਂ ਜਾਣਾ ਕਰਦਾ, ਉਹਨਾਂ ਚਿਰ ਇਸ ਦੇ ਕੀਤੇ ਹੋਏ ਜਪ ਤਪ ਸਾਧਨਾ ਦੇ ਸ਼ਿੰਗਾਰ ਸਾਰੇ ਹੀ ਵਿਅਰਥ ਹਨ, ਕਿਸੇ ਵੀ ਕਾਜ ਦੇ ਵਿੱਚ ਨਹੀਂ ਹਨ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ। ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਜਿਸ ਸਰੀਰ ਦੇ ਉੱਪਰ ਇਤਨੇ ਸ਼ਿੰਗਾਰ ਕਰਦੇ ਹਨ ਇਹ ਜੀਵ, ਇਸ ਸਰੀਰ ਨੂੰ ਸ਼ਿੰਗਾਰਨ ਵਾਸਤੇ ਬੜੇ ਹੀ ਸੁੰਦਰ ਸੁੰਦਰ ਵਸਤਰ ਪਾਉਂਦੇ ਹਨ, ਸੋਨੇ ਆਦਿਕ ਦੇ, ਹੀਰੇ ਰਤਨਾ ਆਦਿਕ ਦੇ ਗਹਿਣੇ ਪਾਉਂਦੇ ਹਨ। ਤੇ ਜਿਤ ਦਿਨ ਦੇਹ ਬਿਨਸੀ, ਜਿਸ ਦਿਨ ਇਹ ਸਰੀਰ ਬਿਨਸੀ ਨਾਸ਼ ਹੋਵੇਗਾ, ਇਸ ਸਰੀਰ ਦੀ ਮੌਤ ਹੋਵੇਗੀ, ਤਿਤ ਵੇਲੇ ਕਹਿਸਨ ਪ੍ਰੇਤ, ਉਦੋਂ ਫਿਰ ਸਾਰੇ ਇਸ ਜੀਵ ਨੂੰ ਪ੍ਰੇਤ ਪ੍ਰੇਤ ਆਖਦੇ ਹਨ। ਜਿਹੜੇ ਘਰ ਵਾਲੇ ਜੀਵ ਹਨ ਜਿਨ੍ਹਾਂ ਦੇ ਨਾਲ ਇਹ ਬਹੁਤ ਪ੍ਰੇਮ ਕਰਦਾ ਹੈ, ਪਿਤਾ ਹੈ, ਭਰਾ ਹਨ, ਪੁੱਤਰ ਹਨ, ਧੀਆਂ ਹਨ, ਇਸਤਰੀ ਹੈ, ਮਾਂ ਹੈ, ਭਾਵੇਂ ਜੋ ਵੀ ਹੈ ਸਾਰੇ ਹੀ ਇਸ ਨੂੰ ਪ੍ਰੇਤ ਪ੍ਰੇਤ ਆਖਦੇ ਹਨ। ਬਾਣੀ ਦੁਆਰਾ ਸਮਝਾਉਂਦੇ ਹਨ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ। ਜਿਹੜੀ ਘਰ ਵਾਲੀ ਇਸਤਰੀ ਹੈ ਜਿਸ ਦੇ ਨਾਲ ਇਹ ਬਹੁਤ ਪ੍ਰੇਮ ਕਰਦਾ ਹੈ ਤੇ ਜਿਸ ਨੂੰ ਬਹੁਤ ਪ੍ਰੇਮ ਵਾਲੀ ਜਾਣਦਾ ਹੈ ਕਿ ਇਹ ਵੀ ਮੈਨੂੰ ਬਹੁਤ ਪ੍ਰੇਮ ਕਰਦੀ ਹੈ, ਪਰੰਤੂ ਹੁੰਦਾ ਕੀ ਹੈ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਹੀ ਇਹ ਸਰੀਰ ਸਵਾਸਾਂ ਨੂੰ ਛੱਡਦਾ ਹੈ, ਇਸ ਦੇ ਸਵਾਸ ਖਤਮ ਹੁੰਦੇ ਹਨ, ਉਹ ਘਰ ਵਾਲੀ ਇਸਤਰੀ ਵੀ ਆਖਦੀ ਹੈ ਹੁਣ ਪ੍ਰੇਤ ਬਣ ਗਿਆ ਹੈ, ਪ੍ਰੇਤ ਪ੍ਰੇਤ ਕਹਿ ਕੇ ਦੂਰ ਭੱਜ ਜਾਂਦੀ ਹੈ, ਨੇੜੇ ਨਹੀਂ ਆਉਂਦੀ ਹੈ। ਜਦੋਂ ਇਸ ਸਰੀਰ ਦੇ ਅੰਦਰੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਵਾਸ ਖਤਮ ਹੋ ਗਏ ਤੇ ਭਾਵੇਂ ਕਿਤਨੇ ਵੀ ਸ਼ਿੰਗਾਰ ਕੀਤੇ ਹੋਣ, ਸਾਰੇ ਇਸ ਜੀਵ ਨੂੰ ਪ੍ਰੇਤ ਹੀ ਆਖਣਾ ਕਰਦੇ ਹਨ। ਪਕੜ ਚਲਾਇਨ ਦੂਤ ਜਮ
ਕਿਸੈ ਨਾ ਦੇਣੀ ਭੇਟ। ਤੇ ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਇਸ ਜੀਵ ਦੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਾਲਤ ਕਿਸ ਤਰ੍ਹਾਂ ਦੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਜੰਮ ਹਨ ਆਉਂਦੇ ਹਨ ਪਕੜ ਚਲਾਇਨ, ਇਸ ਨੂੰ ਪਕੜ ਕਰਕੇ ਕੇਸਾਂ ਤੋਂ ਫੜ ਕਰਕੇ ਲੈ ਜਾਂਦੇ ਹਨ। ਕਿਸੈ ਨਾ ਦੇਣੀ ਭੇਟ, ਆਉਣ ਤੋਂ ਪਹਿਲਾਂ ਕਿਸੇ ਨੂੰ ਭੇਤ ਨਹੀਂ ਦਿੰਦੇ ਕਿ ਅਸੀਂ ਆ ਰਹੇ ਹਾਂ ਇਸ ਜੀਵ ਨੂੰ ਲੈਣ ਵਾਸਤੇ। ਤੇ ਜਾਣ ਲੱਗੇ ਵੀ ਕਿਸੇ ਨੂੰ ਫਿਰ ਇਹ ਭੇਤ ਨਹੀਂ ਦੇਣਾ ਕਰਦੇ ਹਨ ਕਿ ਅਸੀਂ ਇਸ ਜੀਵ ਨੂੰ ਲੈ ਕਰਕੇ ਜਾ ਰਹੇ ਹਾਂ ਜਾਂ ਕਿੱਥੇ ਲੈ ਕਰਕੇ ਜਾਵਾਂਗੇ, ਨਰਕਾਂ ਦੇ ਵਿੱਚ ਲੈ ਕਰਕੇ ਜਾਵਾਂਗੇ ਜਾਂ ਸਵਰਗਾਂ ਦੇ ਵਿੱਚ ਲੈ ਕਰਕੇ ਜਾਵਾਂਗੇ। ਕਿਸੇ ਪ੍ਰਕਾਰ ਦਾ ਜਮਦੂਤ ਜਿਹੜੇ ਹਨ ਭੇਤ ਨਹੀਂ ਦੇਣਾ ਕਰਦੇ ਹਨ। ਇਸ ਦਾ ਭੇਤ ਕਿਸੇ ਨੂੰ ਨਹੀਂ ਮਿਲਦਾ ਹੈ। ਕਈ ਵਾਰੀ ਧੀਆਂ ਪੁੱਤਰ ਸਾਕ ਸੰਬੰਧੀ ਸਾਰੇ ਕੋਲ ਖੜੇ ਰਹਿ ਜਾਂਦੇ ਹਨ, ਨਬਜ਼ ਹੱਥ ਵਿੱਚ ਫੜੀ ਹੁੰਦੀ ਹੈ, ਇਸ ਜੀਵ ਨੂੰ ਬਚਾਉਣ ਦਾ ਯਤਨ ਕਰਦੇ ਹਨ, ਪਰੰਤੂ ਉਦੋਂ ਪਤਾ ਲੱਗਦਾ ਹੈ ਜਦੋਂ ਆਖਦੇ ਹਨ ਕਿ ਨਬਜ਼ ਖੜੀ ਹੋ ਗਈ, ਹੁਣ ਸਵਾਸ ਆਉਣੇ ਬੰਦ ਹੋ ਗਏ ਨੇ, ਇਸ ਜੀਵ ਦੀ ਮੌਤ ਹੋ ਚੁੱਕੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਉਦੋਂ ਫਿਰ ਕੋਈ ਇਸ ਜੀਵ ਦੇ ਨਾਲ ਮਰਦਾ ਨਹੀਂ। ਫਿਰ ਆਖਦੇ ਹਨ ਕਿ ਛੇਤੀ ਇਸ ਨੂੰ ਲੈ ਜਾਣਾ ਕਰੋ, ਇਸ ਦਾ ਸੰਸਕਾਰ ਕਰਨਾ ਕਰੋ। ਰੇ ਬੋਰੇ ਤੁਸੀਂ ਘੜੀ ਨਾ ਰੱਖੇ ਕੋਈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਇੱਕ ਘੜੀ ਵੀ ਘਰ ਦੇ ਵਿੱਚ ਨਹੀਂ ਰੱਖਣਾ ਕਰਦੇ ਹਨ। ਫਿਰ ਕੱਢ ਹੋ ਹੋਈ ਆਖਦੇ ਨੇ ਲੈ ਜਾਣਾ ਕਰੋ, ਇਸ ਨੂੰ ਸ਼ਮਸ਼ਾਨ ਦੇ ਵਿੱਚ ਜਾ ਕਰਕੇ ਸਾੜ ਦੇਣਾ ਕਰੋ। ਤੇ ਸ਼ਮਸ਼ਾਨ ਦੇ ਵਿੱਚ ਸਾੜ ਕਰਕੇ ਪੁਰਾਤਨ ਸਮਿਆਂ ਦੇ ਵਿੱਚ ਰੀਤ ਸੀ ਕਿ ਜਦੋਂ ਜਾਂਦੇ ਸਨ ਸੰਸਕਾਰ ਕਰਕੇ ਕੱਖ ਤੋੜ ਕੇ ਆਖਦੇ ਸਨ ਜਤਰ ਆਇਆ ਤਤਰ ਗਛਤੇ, ਕਿ ਜਿੱਧਰੋਂ ਆਇਆ ਸੀ ਉੱਧਰ ਹੀ ਚਲਾ ਜਾਵੇਂ, ਸਾਡੇ ਪਿੱਛੇ ਨਾ ਆਉਣਾ ਕਰੀ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜੰਮ ਬਿਨਾਂ ਦੱਸੇ ਹੀ ਆਉਂਦੇ ਹਨ, ਇਸ ਜੀਵ ਨੂੰ ਕੇਸਾਂ ਤੋਂ ਪਕੜ ਕਰਕੇ ਲੈ ਜਾਂਦੇ ਹਨ, ਕਿਸੇ ਨੂੰ ਕੋਈ ਭੇਦ ਨਹੀਂ ਦਿੰਦੇ ਹਨ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਜੀਵਾਂ ਦੇ ਨਾਲ, ਭਾਈਆਂ ਦੇ ਨਾਲ, ਭਰਾਵਾਂ ਦੇ ਨਾਲ, ਪੁੱਤਰਾਂ ਦੇ ਨਾਲ, ਘਰ ਵਾਲੀ ਇਸਤਰੀ ਦੇ ਨਾਲ ਬਹੁਤ ਪ੍ਰੇਮ ਲੱਗਿਆ ਸੀ, ਬੜਾ ਪ੍ਰੇਮ ਕਰਦਾ ਸੀ, ਜਿਨ੍ਹਾਂ ਦੇ ਵਾਸਤੇ ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪਹਿ ਆਨ ਲੁਟਾਵੇ। ਜਿਨ੍ਹਾਂ ਦੇ ਵਾਸਤੇ ਚੋਰੀਆਂ ਕਰਕੇ, ਠੱਗੀਆਂ ਕਰਕੇ, ਲੁੱਟ ਖਸੁੱਟ ਕਰਕੇ, ਮਾਰ ਕੁੱਟ ਕਰਕੇ, ਅਨੇਕਾਂ ਯਤਨ ਕਰਕੇ, ਧਨ ਨੂੰ ਖੱਟ ਕਰਕੇ ਕਮਾ ਕੇ ਘਰ ਦੇ ਵਿੱਚ ਲਿਆਉਂਦਾ ਸੀ। ਸਮਝਦਾ ਸੀ ਮੇਰਾ ਪਰਿਵਾਰ ਹੈ, ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦਾ ਸੀ। ਅੰਤ ਵੇਲੇ ਉਹ ਸਾਰੇ ਹੀ ਇਸ ਜੀਵ ਨੂੰ ਛੱਡ ਕਰਕੇ ਖੜੇ ਹੋ ਜਾਂਦੇ ਹਨ। ਕੋਈ ਵੀ ਇਸ ਦੇ ਨਾਲ ਨਹੀਂ ਜਾਣਾ ਕਰਦਾ ਹੈ, ਸਾਰੇ ਹੀ ਇਸ ਜੀਵ ਨੂੰ ਛੱਡ ਦਿੰਦੇ ਹਨ। ਹੱਥ ਮਰੋੜੈ ਤਨ ਕਪੇ, ਸਿਆਹੋ ਹੁਆ ਸੇਤੋ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਇਸ ਜੀਵ ਦੀ ਹਾਲਤ ਕਿਸ ਤਰ੍ਹਾਂ ਦੀ ਸੀ। ਜਦੋਂ ਇਹ ਜੀਵ ਜਵਾਨ ਸੀ ਉਦੋਂ ਹੱਥ ਮਰੋੜਾ, ਹੱਥਾਂ ਨੂੰ ਮਰੋੜਦਾ ਸੀ, ਆਖਦਾ ਸੀ ਮੇਰੇ ਵਰਗਾ ਕੋਈ ਬਲਵਾਨ ਨਹੀਂ ਹੈ। ਸਿਆਹੋ ਹੁਆ ਸੇਤ, ਤੇ ਆਪਣੇ ਸਰੀਰ ਤੇ ਕਿਤੇ ਕੋਈ ਕਾਲਾ ਦਾਗ ਨਹੀਂ ਲੱਗਣ ਦਿੰਦਾ ਸੀ, ਮੈਲ ਨਹੀਂ ਲੱਗਣ ਦਿੰਦਾ ਸੀ, ਬੜਾ ਹੀ ਸਾਫ ਸੁਥਰਾ ਬਣ ਕਰਕੇ, ਚਿੱਟਾ ਬਣ ਕਰਕੇ ਰਹਿੰਦਾ ਸੀ। ਫਿਰ ਜਦੋਂ ਬਜ਼ੁਰਗ ਹੋਇਆ ਉਦੋਂ ਹੱਥ ਮਰੋੜੈ ਤਨ ਕਪੇ, ਹੱਥਾਂ ਨੂੰ ਮਰੋੜਦਾ ਹੈ, ਦੱਸਦਾ ਹੈ ਕਿ ਮੇਰੇ ਅੰਦਰ ਹੁਣ ਬਲ ਨਹੀਂ ਰਹਿ ਗਿਆ, ਮੈਂ ਆਪਣੀ ਕਿਰਿਆ ਵੀ ਨਹੀਂ ਕਰ ਸਕਦਾ। ਤਨ ਕਪੇ, ਸਰੀਰ ਕੰਬਣ ਲੱਗ ਪੈਂਦਾ ਹੈ। ਸਿਆਹ ਹੋਆ ਸੇਤ, ਤੇ ਜਿਹੜਾ ਰੰਗ ਚਿੱਟਾ ਸੀ, ਜਿਸ ਨੂੰ ਪਹਿਲਾਂ ਬੜਾ ਸਾਂਭ ਸੰਭਾਲ ਕੇ ਰੱਖਦਾ ਸੀ, ਬੜੀ ਸਫਾਈ ਦੇ ਨਾਲ ਰੱਖਦਾ ਸੀ, ਉਹ ਸਾਰਾ ਹੀ ਕਾਲਾ ਪੈ ਜਾਂਦਾ ਹੈ। ਤੇ ਅੰਤ ਵੇਲੇ ਜਦੋਂ ਜਮਦੂਤ ਇਸ ਜੀਵ ਨੂੰ ਲੈ ਕਰਕੇ ਜਾਂਦੇ ਨੇ, ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ, ਉਦੋਂ ਉਹ ਜੀਵ ਦੇ ਸੂਖਮ ਸਰੀਰ ਨੂੰ ਕੱਟਦੇ ਹਨ, ਕੱਟ ਕਰਕੇ ਉੱਥੋਂ ਜੀਵਾਤਮਾ ਨੂੰ ਕੱਢਦੇ ਹਨ। ਉਹਦਾ ਹੱਥਾਂ ਨੂੰ ਮਰੋੜਦਾ ਹੈ ਕਿ ਮੈਂ ਇੱਥੋਂ ਖਾਲੀ ਹੱਥ ਚੱਲਿਆ ਹਾਂ, ਜਿਤਨਾ ਕੁਝ ਸੰਸਾਰ ਦੇ ਅੰਦਰ ਖੱਟਿਆ ਕਮਾਇਆ ਹੈ, ਕੁਝ ਵੀ ਮੇਰੇ ਨਾਲ ਨਹੀਂ ਚੱਲਿਆ। ਤੇ ਜਿਹੜੇ ਜਮਦੂਤ ਹਨ ਫਿਰ ਇਸ ਦੇ ਸੂਖਮ ਸਰੀਰ ਨੂੰ ਕੱਟ ਕੇ ਇਸ ਦੇ ਜੀਵਾਤਮਾ ਨੂੰ ਕੱਢ ਕਰਕੇ ਨਾਲ ਲੈ ਜਾਂਦੇ ਹਨ। ਤੇ ਇਸ ਦਾ ਜੋ ਸਰੀਰ ਹੈ, ਜੋ ਬੜਾ ਪਹਿਲਾਂ ਚਿੱਟਾ ਸੀ, ਸਾਫ ਸੁਥਰਾ ਸੀ, ਸਾਰਾ ਕਾਲਾ ਪੈ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਪੁੱਛੀਏ ਕਿ ਇਸ ਜੀਵ ਦੇ ਕਿਤਨੇ ਮਿੱਤਰ ਹਨ।
ਤੇ ਸਤਿਗੁਰੂ ਜੀ ਗੁਰ ਇਤਿਹਾਸ ਦੇ ਅੰਦਰ ਇਹ ਜ਼ਿਕਰ ਕਰਦੇ ਹਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੁਨੀ ਚੰਦ ਦੇ ਪਾਸ ਲਾਹੌਰ ਦੇ ਵਿੱਚ ਗਏ ਹਨ, ਉੱਥੇ ਜਾ ਕਰਕੇ ਸਤਿਗੁਰੂ ਜੀ ਬਾਹਰ ਬੈਠੇ ਹਨ। ਦੁਨੀ ਚੰਦ ਦੇ ਘਰ ਦੇ ਵਿੱਚ ਦੇਖਿਆ ਹੈ ਕਿ ਬੜਾ ਵੱਡਾ ਸਮਾਗਮ ਹੈ। ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਆਏ ਹਨ ਲੈਣ ਵਾਸਤੇ, ਅਦਬ ਸਤਿਕਾਰ ਦੇ ਨਾਲ ਆਇਆ। ਸਤਿਗੁਰੂ ਜੀ ਨੇ ਪੁੱਛਿਆ ਕਿ ਭਾਈ ਤੇਰੇ ਘਰ ਦੇ ਵਿੱਚ ਕੀ ਪ੍ਰੋਗਰਾਮ ਹੈ? ਕਹਿਣ ਲੱਗਿਆ, ਸਤਿਗੁਰੂ ਜੀ ਅੱਜ ਦੇ ਦਿਨ ਮੇਰਾ ਪਿਤਾ ਚੜ੍ਹਾਈ ਕੀਤਾ ਸੀ, ਇਸ ਕਰਕੇ ਮੈਂ ਆਪਣੇ ਪਿਤਾ ਦੀ ਯਾਦ ਅੰਦਰ ਸ਼ਰਾਧ ਕਰਵਾ ਰਿਹਾ ਹਾਂ। ਸਾਰੇ ਬ੍ਰਾਹਮਣਾਂ ਨੂੰ ਸੱਦ ਕਰਕੇ ਭੋਜਨ ਛਕਾਇਆ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਸ ਪਿਤਾ ਦੇ ਵਾਸਤੇ ਤੂੰ ਸ਼ਰਾਧ ਕਰਵਾ ਰਿਹਾ ਹੈ ਉਹ ਤਾਂ ਕਈ ਦਿਨਾਂ ਤੋਂ ਭੁੱਖਾ ਬੈਠਾ ਹੈ, ਜਿਸ ਨੂੰ ਸਤਿਗੁਰੂ ਜੀ ਬਾਣੀ ਅੰਦਰ ਵੀ ਫਰਮਾਨ ਕਰਦੇ ਹਨ, ਜੀਵਤ ਪਿਤਰ ਨਾ ਮਾਨੈ ਕੋ ਬੂਏ ਸ਼ਰਾਧ ਕਰਾਹੀ। ਜਿਉਂਦੇ ਪਿਤਰਾਂ ਨੂੰ ਕੋਈ ਮੰਨਦਾ ਨਹੀਂ ਹੈ, ਕੋਈ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ, ਕੋਈ ਸੇਵਾ ਨਹੀਂ ਕਰਦਾ ਹੈ, ਤੇ ਜਦੋਂ ਮਰ ਜਾਂਦੇ ਹਨ ਉਸ ਤੋਂ ਉਪਰੰਤ ਫਿਰ ਸ਼ਰਾਧ ਕਰਵਾਉਂਦੇ ਹਨ, ਲੋਕਾਂ ਨੂੰ ਖਵਾਉਂਦੇ ਫਿਰਦੇ ਹਨ ਕਿ ਸਾਡੇ ਪਿਤਰਾਂ ਤੱਕ ਪਹੁੰਚਣਾ ਕਰੇ। ਪਰ ਸਤਿਗੁਰੂ ਜੀ ਕਹਿੰਦੇ ਕਿ ਇਹ ਕਿੱਥੇ ਜਾਂਦਾ ਹੈ, ਇਹਨਾਂ ਨਾਲ ਤੇ ਕਊਆ ਕੁੱਕਰ ਖਾਹੀ, ਕਾਂ ਤੇ ਕੁੱਤੇ ਹੀ ਖਾਣਾ ਕਰਦੇ ਨੇ, ਪਿਤਰਾਂ ਤੱਕ ਇਹ ਕਿੱਥੇ ਪਹੁੰਚਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਦੁਨੀ ਚੰਦ ਤੇਰਾ ਪਿਤਾ ਤੇ ਕਈ ਦਿਨਾਂ ਤੋਂ ਭੁੱਖਾ ਬੈਠਾ ਹੈ। ਕਹਿਣ ਲੱਗਿਆ, ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਮੇਰੇ ਪਿਤਾ ਤੱਕ ਭੋਜਨ ਕਿਵੇਂ ਪਹੁੰਚੇ ਤੇ ਮੇਰਾ ਪਿਤਾ ਕਿੱਥੇ ਹੈ, ਕਿਹੜੀ ਹਾਲਤ ਦੇ ਅੰਦਰ ਹੈ। ਸਤਿਗੁਰੂ ਜੀ ਨੇ ਦਿਸ਼ਾ ਦੱਸੀ। ਕਹਿਣ ਲੱਗੇ, ਇਸ ਦਿਸ਼ਾ ਵੱਲ ਜਾਣਾ ਕਰੀ ਤੇ ਉੱਥੇ ਜਾ ਕਰਕੇ ਝਾੜੀਆਂ ਦੇ ਵਿੱਚ ਇੱਕ ਬਘਿਆੜ ਬੈਠਾ ਹੈ ਜੋ ਕਈ ਦਿਨਾਂ ਤੋਂ ਭੁੱਖਾ ਹੈ। ਉਸ ਨੂੰ ਵੇਖ ਕਰਕੇ ਡਰਨਾ ਨਾ ਕਰੀ, ਉਹ ਤੇਰਾ ਪਿਤਾ ਹੈ ਤੇ ਜਦੋਂ ਤੈਨੂੰ ਦੇਖਣਾ ਕਰੇਗਾ, ਤੈਨੂੰ ਸਿਆਣ ਲਵੇਗਾ ਤੇ ਤੈਨੂੰ ਕੁਝ ਨਹੀਂ ਕਹਿਣਾ ਕਰੇਗਾ। ਦੁਨੀ ਚੰਦ ਨੇ ਘਰ ਦੇ ਵਿੱਚ ਇੱਕ ਭਾਂਡਾ ਲਿਆ ਹੈ, ਉਸ ਦੇ ਵਿੱਚ ਖੀਰ ਪਾਈ ਹੈ ਤੇ ਸਤਿਗੁਰੂ ਜੀ ਦੀ ਦੱਸੀ ਦਿਸ਼ਾ ਅਨੁਸਾਰ ਚੱਲ ਪਿਆ ਹੈ। ਜਾ ਕਰਕੇ ਜਦੋਂ ਝਾੜੀਆਂ ਦੇ ਵਿੱਚ ਵੇਖਿਆ ਇੱਕ ਬਘਿਆੜ ਬੈਠਾ ਹੈ, ਦੇਖ ਕਰਕੇ ਡਰਿਆ ਨਹੀਂ, ਸਾਹਮਣੇ ਖੜਾ ਹੋ ਗਿਆ। ਜਦੋਂ ਬਘਿਆੜ ਨੇ ਇਸ ਦੇ ਦਰਸ਼ਨ ਕੀਤੇ ਹਨ, ਇਸ ਨੂੰ ਦੇਖ ਕਰਕੇ ਬਘਿਆੜ ਜੂਨੀ ਨੂੰ ਛੱਡ ਕਰਕੇ ਤੇ ਮਨੁੱਖ ਦੀ ਜੂਨ ਦੇ ਅੰਦਰ ਆ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਿਆ, ਕਹਿਣ ਲੱਗਿਆ, ਪਿਤਾ ਜੀ ਆਪ ਜੀ ਤਾਂ ਬੜੇ ਧਰਮਾਤਮਾ ਸੀ, ਬੜੇ ਧਰਮੀ ਪੁਰਸ਼ ਸੀ, ਪੁੰਨ ਕਰਨ ਵਾਲੇ ਸੀ, ਪਰਮਾਤਮਾ ਦੀ ਭਗਤੀ ਕਰਨ ਵਾਲੇ ਸੀ, ਆਪ ਜੀ ਨੂੰ ਇਹ ਤਾਮਸੀ ਜੂਨ ਕਿਵੇਂ ਪ੍ਰਾਪਤ ਹੋਈ ਹੈ। ਤੇ ਦੁਨੀ ਚੰਦ ਦਾ ਪਿਤਾ ਕਹਿਣ ਲੱਗਿਆ ਕਿ ਭਾਵੇਂ ਮੈਂ ਧਰਮਾਤਮਾ ਸੀ, ਪਰੰਤੂ ਜਦੋਂ ਮੇਰਾ ਅਖੀਰ ਸਮਾਂ ਆਇਆ ਉਸ ਵੇਲੇ ਮੇਰੇ ਪਾਸ ਕੋਈ ਮੱਛੀ ਦਾ ਮਾਂਸ ਰਿੰਨ ਰਿਹਾ ਸੀ ਤੇ ਉਸ ਦੀ ਸੁਗੰਧੀ ਮੇਰੇ ਨਾਸਾਂ ਦੇ ਵਿੱਚ ਪਈ ਤੇ ਮੇਰੀ ਇੱਛਾ ਉਸ ਨੂੰ ਖਾਣ ਦੀ ਹੋਈ, ਪਰੰਤੂ ਇਤਨੇ ਨੂੰ ਜਮਾ ਨੇ ਆ ਕਰਕੇ ਮੈਨੂੰ ਫੜ ਲਿਆ। ਉਹ ਜਿਹੜੀ ਮੇਰੀ ਵਾਸਨਾ ਸੀ ਉਹ ਅੱਧ ਵਿਚਾਲੇ ਰਹਿ ਜਾਣਾ ਕੀਤੀ, ਜਿਸ ਕਰਕੇ ਮੈਨੂੰ ਇਹ ਤਾਮਸੀ ਜੂਨੀ, ਮਾਸ ਖਾਣ ਵਾਲੀ ਜੂਨੀ ਜਿਹੜੀ ਹੈ ਪ੍ਰਾਪਤ ਹੋਈ ਹੈ। ਦੂਸਰਾ ਪ੍ਰਸ਼ਨ ਕੀਤਾ, ਕਹਿਣ ਲੱਗਿਆ, ਹੁਣ ਤੁਸੀਂ ਮਨੁੱਖਾ ਜੂਨ ਦੇ ਅੰਦਰ ਕਿਵੇਂ ਆਏ ਹੋ? ਤੇ ਫਿਰ ਦੱਸਣਾ ਕੀਤਾ ਕਿ ਤੂੰ ਕਿਸੇ ਪੂਰਨ ਸਾਧੂ ਪੁਰਸ਼ ਦੇ, ਅਵਤਾਰੀ ਪੁਰਸ਼ ਦੇ ਦਰਸ਼ਨ ਕੀਤੇ ਹਨ ਤੇ ਤੇਰੇ ਦਰਸ਼ਨ ਮੈਂ ਕੀਤੇ ਹਨ, ਇਸ ਕਰਕੇ ਮੈਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਇਤਨਾ ਕਹਿ ਕਰਕੇ ਉਹ ਅਲੋਪ ਹੋ ਗਿਆ। ਦੁਨੀ ਚੰਦ ਵਾਪਸ ਸਤਿਗੁਰੂ ਜੀ ਦੇ ਪਾਸ ਆਇਆ। ਕਹਿਣ ਲੱਗਾ, ਸਤਿਗੁਰੂ ਜੀ ਕੋਈ ਸੇਵਾ ਬਖਸ਼ੋ। ਤੇ ਸਤਿਗੁਰੂ ਜੀ ਨੇ ਫਿਰ ਉਸ ਨੂੰ ਸੇਵਾ ਦੇਣਾ ਕੀਤੀ। ਕਹਿਣ ਲੱਗੇ, ਆ ਸਾਡੀ ਇੱਕ ਸੂਈ ਹੈ, ਦੁਨੀ ਚੰਦ ਇਸ ਨੂੰ ਸੰਭਾਲ ਕੇ ਰੱਖਣਾ ਕਰੀ, ਤੇਰੇ ਪਾਸੋਂ ਅਸੀਂ ਪਰਲੋਕ ਦੇ ਵਿੱਚ ਇਹ ਸੂਈ ਵਾਪਸ ਲੈ ਲਵਾਂਗੇ। ਦੁਨੀ ਚੰਦ ਨੇ ਸੂਈ ਲਈ ਹੈ, ਆਪਣੇ ਘਰ ਦੇ ਵਿੱਚ ਗਿਆ। ਜਾ ਕਰਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਸੂਈ ਨੂੰ ਸੰਭਾਲ ਕੇ ਰੱਖੀ, ਸਤਿਗੁਰੂ ਜੀ ਪਰਲੋਕ ਦੇ ਵਿੱਚ ਵਾਪਸ ਲੈਣਗੇ। ਤੇ ਘਰਵਾਲੀ ਸਿਆਣੀ ਸੀ, ਕਹਿਣ ਲੱਗੀ, ਹੈ ਪਤੀ ਦੇਵ, ਜਿਸ ਸਰੀਰ ਨੇ, ਜਿਹੜਾ ਸਰੀਰ ਹੈ ਹਰ ਥਾਂ ਤੇ ਨਾਲ ਜਾਂਦਾ ਹੈ ਪਰਮਾਤਮਾ ਦੇ ਪਰਲੋਕ ਦੇ ਵਿੱਚ, ਤੇ ਇਸ ਨੇ ਵੀ ਨਾਲ ਨਹੀਂ ਜਾਣਾ, ਇਸ ਸੂਈ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਜਾਵੋਗੇ? ਸੋਚ ਕੇ ਬੜਾ ਹੈਰਾਨ ਹੋਇਆ
ਤੇ ਸੂਈ ਲੈ ਕਰਕੇ ਸਤਿਗੁਰੂ ਜੀ ਦੇ ਪਾਸ ਵਾਪਸ ਆ ਗਿਆ। ਜਦੋਂ ਵਾਪਸ ਆਇਆ ਸਤਿਗੁਰੂ ਜੀ ਨੂੰ ਕਹਿਣ ਲੱਗਾ ਸੂਈ ਨਾਲ ਨਹੀਂ ਜਾ ਸਕਦੀ, ਕਿਉਂਕਿ ਇਸ ਸਰੀਰ ਨੇ ਵੀ ਨਾਲ ਨਹੀਂ ਜਾਣਾ ਹੈ, ਸੂਈ ਨਾਲ ਕਿਸ ਤਰ੍ਹਾਂ ਜਾਵੇਗੀ। ਸਤਿਗੁਰੂ ਜੀ ਕਹਿਣ ਲੱਗੇ ਦੁਨੀ ਚੰਦ ਜੇ ਇਹ ਸੂਈ ਨਾਲ ਨਹੀਂ ਜਾ ਸਕਦੀ ਤੇ ਜਿਹੜਾ ਤੂੰ ਇਤਨਾ ਧਨ ਇਕੱਠਾ ਕੀਤਾ ਹੈ, 7 ਲੱਖ ਧਨ ਜੋੜਿਆ ਹੈ, ਇਹ ਤੇਰੇ ਨਾਲ ਕਿਸ ਤਰ੍ਹਾਂ ਜਾਵੇਗਾ। ਕਹਿਣ ਲੱਗਿਆ ਸਤਿਗੁਰੂ ਜੀ ਆਪ ਦੀ ਦੱਸਣਾ ਕਰੋ ਕਿਹੜੀ ਵਸਤੂ ਨਾਲ ਜਾਣ ਵਾਲੀ ਹੈ ਤੇ ਕਿਹੜੀ ਇੱਥੇ ਰਹਿਣ ਵਾਲੀ ਹੈ। ਫਿਰ ਸਤਿਗੁਰੂ ਜੀ ਦੱਸਣ ਲੱਗੇ ਕਿ ਦੁਨੀ ਚੰਦ ਇਸ ਜੀਵ ਦੇ 3 ਮਿੱਤਰ ਹਨ। ਸਾਰਿਆਂ ਤੋਂ ਪਹਿਲਾ ਮਿੱਤਰ ਹੈ ਧਨ। ਇਹ ਧਨ ਉਹਨਾਂ ਚਿਰ ਮਿੱਤਰ ਹੈ, ਸਹਾਈ ਹੈ, ਜਦੋਂ ਤੱਕ ਇਸ ਜੀਵ ਦੇ ਸਵਾਸ ਚੱਲਦੇ ਹਨ। ਜਦੋਂ ਇਸ ਸਵਾਸ ਖਤਮ ਹੋ ਗਏ, ਇਸ ਜੀਵ ਦੇ ਸਵਾਸ ਪੂਰੇ ਹੋ ਗਏ, ਇਸ ਧਨ ਨੂੰ ਕੋਈ ਦੂਸਰਾ ਸਾਂਭ ਲੈਂਦਾ ਹੈ, ਇਸ ਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ। ਦੂਸਰੇ ਮਿੱਤਰ ਹਨ ਪਰਿਵਾਰ। ਪਰਿਵਾਰ ਉਹਨਾਂ ਚਿਰ ਸਹਾਈ ਹੈ ਜਦੋਂ ਤੱਕ ਇਸ ਜੀਵ ਨੂੰ ਸ਼ਮਸ਼ਾਨ ਦੇ ਅੰਦਰ ਜਾ ਕਰਕੇ ਸੰਸਕਾਰ ਨਹੀਂ ਕਰ ਦਿੰਦੇ, ਇਸ ਦੇ ਸਰੀਰ ਨੂੰ ਸਾੜਨਾ ਨਹੀਂ ਕਰਦੇ ਹਨ। ਜਦੋਂ ਇਸ ਜੀਵ ਦੇ ਸਰੀਰ ਨੂੰ ਸਾੜਦੇ ਹਨ ਉਦੋਂ ਫਿਰ ਕੱਖ ਤੋੜ ਕੇ ਆਖਦੇ ਨੇ ਜਤਰ ਆਇਆ ਤਤਰ ਗਛਤੇ, ਜਿੱਧਰੋਂ ਆਇਆ ਸੀ ਉਧਰ ਚਲਾ ਜਾਵੀਂ, ਸਾਡੇ ਪਿੱਛੇ ਨਾ ਆਵੀਂ। ਤੀਸਰੇ ਜਿਹੜੇ ਮਿੱਤਰ ਹਨ ਉਹ ਇਸ ਦੇ ਕਰਮ ਹਨ। ਜਿਸ ਤਰ੍ਹਾਂ ਦੇ ਵੀ ਕੀਤੇ ਹਨ, ਭਾਵੇਂ ਚੰਗੇ ਕੀਤੇ ਹਨ ਭਾਵੇਂ ਮਾੜੇ ਕੀਤੇ ਹਨ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਸ ਦੇ ਨਾਲ ਜਾਣ ਵਾਲੇ ਹਨ, ਪਰਲੋਕ ਦੇ ਵਿੱਚ ਨਾਲ ਜਾਣ ਵਾਲੇ ਹਨ। ਤੇ ਜਿਸ ਤਰ੍ਹਾਂ ਦੇ ਫਿਰ ਕਰਮ ਕੀਤੇ ਹਨ ਉਹਨਾਂ ਦੇ ਅਨੁਸਾਰ ਇਸ ਜੀਵ ਨੂੰ ਫਲ ਮਿਲਦਾ ਹੈ। ਕਹਿਣ ਲੱਗਾ ਸਤਿਗੁਰੂ ਜੀ ਫਿਰ ਮੈਂ ਚੰਗੇ ਕਰਮ ਇਸ ਧਨ ਦੇ ਨਾਲ ਕਿਸ ਤਰ੍ਹਾਂ ਕਰਾਂ, ਇਹ ਧਨ ਮੇਰੇ ਨਾਲ ਕਿਸ ਤਰ੍ਹਾਂ ਜਾਵੇਗਾ। ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਨੂੰ ਕਰਮਾਂ ਦੇ ਵਿੱਚ ਬਦਲ। ਇਸ ਧਨ ਦੇ ਨਾਲ ਗਰੀਬਾਂ ਦੀ ਮਦਦ ਕਰਨਾ ਕਰ, ਭੁੱਖਿਆਂ ਨੂੰ ਭੋਜਨ ਛਕਾਉਣਾ ਕਰ, ਨੰਗਿਆਂ ਨੂੰ ਵਸਤਰ ਪਹਿਨਾਉਣਾ ਕਰ। ਇਸ ਤਰ੍ਹਾਂ ਜਦੋਂ ਇਸ ਧਨ ਦੇ ਨਾਲ ਸ਼ੁਭ ਕਰਮ ਕਰੇਗਾ, ਚੰਗੇ ਕਰਮ ਕਰੇਗਾ, ਤੇਰੇ ਸਹਾਈ ਹੋਣਾ ਕਰਨਗੇ, ਤੇਰੇ ਨਾਲ ਜਾਣਾ ਕਰਨਗੇ। ਸੋ ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਨ੍ਹਾਂ ਜੀਵਾਂ ਦੇ ਨਾਲ ਬੜਾ ਪ੍ਰੇਮ ਕਰਦਾ ਸੀ, ਸਾਕ ਸੰਬੰਧੀਆਂ ਦੇ ਨਾਲ ਬੜਾ ਪ੍ਰੇਮ ਕਰਦਾ ਸੀ, ਸਾਰੇ ਹੀ ਖਿਣ ਦੇ ਵਿੱਚ ਸਾਥ ਛੱਡ ਕੇ ਖੜੇ ਹੋ ਜਾਂਦੇ ਹਨ। ਕੇਵਲ ਇੱਕ ਪਰਮਾਤਮਾ ਦਾ ਨਾਮ ਤੇ ਚੰਗੇ ਕੀਤੇ ਹੋਏ ਕਰਮ ਜਿਹੜੇ ਹਨ, ਜਾਂ ਜਿਸ ਤਰ੍ਹਾਂ ਦੇ ਵੀ ਕੀਤੇ ਹੋਏ ਕਰਮ ਹਨ, ਉਹੀ ਇਸ ਜੀਵ ਦੇ ਨਾਲ ਜਾਣ ਵਾਲੇ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਇਹ ਭਾਈ ਸਰੀਰ ਜੋ ਹੈ ਖੇਤ ਦੀ ਨਿਆਈ ਹੈ, ਤੇ ਇਸ ਸਰੀਰ ਰੂਪੀ ਖੇਤ ਦੇ ਅੰਦਰ ਜਿਹਾ ਬੀਜੈ, ਜਿਵੇਂ ਦਾ ਕੋਈ ਬੀਜ ਬੀਜਦਾ ਹੈ ਸੋ ਲੁਣੈ, ਉਸ ਨੂੰ ਉਸੇ ਤਰ੍ਹਾਂ ਦਾ ਹੀ ਕੱਟਣਾ ਪੈਂਦਾ ਹੈ। ਜੇ ਕੋਈ ਚੰਗੇ ਕਰਮ ਕਰਦਾ ਹੈ, ਨਾਮ ਰੂਪੀ ਬੀਜ ਬੀਜਦਾ ਹੈ ਤੇ ਉਸ ਤਰ੍ਹਾਂ ਦਾ ਫਲ ਮਿਲਦਾ ਹੈ। ਜੇ ਕੋਈ ਮਾੜੇ ਕਰਮ ਕਰਦਾ ਹੈ ਤੇ ਉਸ ਤਰ੍ਹਾਂ ਦਾ ਫਿਰ ਕਰਮ ਫਲ ਮਿਲਣਾ ਕਰਦਾ ਹੈ। ਇਹ ਨਹੀਂ ਹੋ ਸਕਦਾ ਕਿ ਜਿਵੇਂ ਫਰੀਦ ਸਾਹਿਬ ਜੀ ਕਿਰਪਾ ਕਰਦੇ ਹਨ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਹ ਨਹੀਂ ਹੋ ਸਕਦਾ ਕਿ ਖੇਤ ਦੇ ਵਿੱਚ ਬੀਜਦਾ ਤੇ ਕਿੱਕਰ ਹੋਵੇ ਤੇ ਭਾਲਦਾ ਹੋਵੇ ਕਿ ਬਿਜਨੌਰ ਦੇਸ਼ ਦੀਆਂ ਦਾਖਾਂ ਮੈਨੂੰ ਪ੍ਰਾਪਤ ਹੋ ਜਾਣ। ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਜਿਵੇਂ ਦਾ ਬੀਜਣਾ ਕਰੇਗਾ ਉਸੇ ਪ੍ਰਕਾਰ ਦੇ ਕਰਮਾਂ ਨੂੰ, ਉਸੇ ਪ੍ਰਕਾਰ ਦੇ ਫਲ ਨੂੰ ਭੋਗਣਾ ਪਵੇਗਾ, ਉਸੇ ਪ੍ਰਕਾਰ ਦੀ ਫਸਲ ਨੂੰ ਵੱਢਣਾ ਪਵੇਗਾ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ ਉਸ ਨੂੰ ਆਪਣੇ ਚਰਨਾਂ ਰੂਪੀ ਜਹਾਜ਼ ਦੇ ਨਾਲ ਜੋੜ ਲੈਂਦੇ ਹਨ। ਚਰਨਾਂ ਰੂਪੀ ਜਹਾਜ਼ ਦੇ ਉੱਪਰ ਚੜ੍ਹਾ ਕਰਕੇ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਹਨ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਵੀ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਦੇ ਉੱਪਰ ਚੜ੍ਹਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਨਾਨਕ ਸੇ ਭਾਦੋਇ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਤੇ ਪਾਵਨ ਸ਼ਬਦ ਦੀ ਸਮਾਪਤੀ ਕਰਦਿਆਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਭਾਦੋਂ ਦੇ ਮਹੀਨੇ ਅੰਦਰ
ਨਰਕ ਨਾ ਪਾਈਐ। ਉਹ ਜਿਹੜੇ ਜੀਵ ਹਨ ਨਰਕਾਂ ਨੂੰ ਨਹੀਂ ਪੈਣਾ ਕਰਦੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਦੇ ਜਹਾਜ਼ ਤੇ ਚੜ੍ਹਦੇ ਹਨ। ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦਾ ਰਖਵਾਲਾ ਗੁਰੂ ਆਪ ਹੋ ਜਾਂਦਾ ਹੈ, ਉਹ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਦਾ ਆਪ ਰਖਵਾਲਾ ਹੈ, ਉਹ ਫਿਰ ਨਰਕਾਂ ਦੇ ਵਿੱਚ ਨਹੀਂ ਜਾਣਾ ਕਰਦੇ, ਜਮਦੂਤਾਂ ਦੇ ਰਸਤੇ ਨਹੀਂ ਪੈਣਾ ਕਰਦੇ ਹਨ। ਜਮਦੂਤ ਵੀ ਸਗੋਂ ਡਰਦੇ ਹਨ, ਅਤੇ ਜਿਹੜੇ ਜਮ ਹੈ, ਜਮ ਰਾਜਾ ਹੈ, ਧਰਮ ਰਾਜਾ ਹੈ, ਉਹਨਾਂ ਨੂੰ ਭੇਟਾ ਦੇ ਕਰਕੇ ਸਤਿਕਾਰ ਵਜੋਂ ਮਿਲਣਾ ਕਰਦਾ ਹੈ। ਉਹ ਤੇ ਆਪਣੇ ਜਮਦੂਤਾਂ ਨੂੰ ਆਖਦਾ ਹੈ ਕਿ ਜਿੱਥੇ ਵੀ ਪਰਮਾਤਮਾ ਦਾ ਕੀਰਤਨ ਹੁੰਦਾ ਹੋਵੇ ਉੱਥੇ ਨਾ ਜਾਣਾ ਕਰਿਓ, ਨਹੀਂ ਤਾਂ ਨਾ ਤੁਸੀਂ ਛੁੱਟੋਗੇ ਨਾ ਮੈਂ ਛੁੱਟਣਾ ਕਰਾਂਗਾ। ਨਾ ਹੋ ਨਹਿ ਤੂੰ ਨਹਿ ਛੁਟਹਿ। ਅਸੀਂ ਕੋਈ ਵੀ ਛੁੱਟਣਾ ਨਹੀਂ ਕਰਾਂਗੇ, ਨਾ ਜਮਦੂਤ ਛੁੱਟਣਾ ਕਰਨਗੇ, ਨਾ ਧਰਮ ਰਾਜਾ ਛੁੱਟਣਾ ਕਰੇਗਾ। ਇਸ ਕਰਕੇ ਪਹਿਲਾਂ ਹੀ ਆਪਣੇ ਜਮਦੂਤਾਂ ਨੂੰ ਇਹ ਹਦਾਇਤ ਕਰਨਾ ਕਰਦਾ ਹੈ। ਉਹ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਇਸ ਭਾਦੋਂ ਦੇ ਮਹੀਨੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਨ, ਉਹ ਕਦੇ ਵੀ ਨਰਕਾਂ ਦੇ ਵਿੱਚ ਨਹੀਂ ਪੈਂਦੇ ਹਨ, ਸਦਾ ਹੀ ਸੁੱਖਾਂ ਨੂੰ ਪ੍ਰਾਪਤ ਕਰਦੇ ਹਨ, ਸਵਰਗਾਂ ਦੇ ਵਿੱਚ ਪੈਣਾ ਕਰਦੇ ਹਨ। ਅਤੇ ਕੇਵਲ ਇੱਕ ਸੰਸਾਰ ਦੇ ਅੰਦਰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਜੋ ਪੁਰਖ ਰੂਪ ਹੈ। ਇਸ ਜਗ ਮਹਿ ਪੁਰਖ ਏਕੋ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੀਆਂ ਹੀ ਜੀਵ ਰੂਪੀ ਇਸਤਰੀਆਂ ਹਨ, ਅਤੇ ਕੇਵਲ ਇੱਕ ਪਿਰ ਪਤੀ ਪਰਮਾਤਮਾ ਦੇ ਨਾਲ ਹੀ ਜੁੜਨਾ ਕਰੀਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕਰਕੇ, ਚਰਨਾਂ ਦਾ ਆਸਰਾ ਲੈ ਕਰਕੇ ਇਸ ਭਵਜਲ ਸੰਸਾਰ ਤੋਂ ਤਰਨਾ ਕਰੀਏ। ਸਤਿਗੁਰੂ ਜੀ ਪਾਵਨ ਭਾਦੋਂ ਦੇ ਮਹੀਨੇ ਦੁਆਰਾ ਇਹ ਬਖਸ਼ਿਸ਼ ਕਰਦੇ ਹਨ। ਸੋ ਇਸ ਸੰਗਰਾਂਦ ਦੇ ਦਿਹਾੜੇ ਦੀ ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੇ ਖਿਮਾ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਅੱਗੇ ਵਾਸਤੇ ਸਤਿਗੁਰੂ ਦੀ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੇ, ਸੇਵਾ ਸਿਮਰਨ ਅਭਿਆਸ ਕਥਾ ਵਿਚਾਰਾਂ ਕਰਨ ਦੇ ਬਲ ਉਦਮ ਬਖਸ਼ ਕੇ ਨਿਹਾਲ ਕਰਨ। ਸੋ ਇੱਥੇ ਹੀ ਸਮਾਪਤੀ ਹੈ ਜੀ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।